ਸ਼ਾਦਰ ਤਖਤ ਦੇ ਮਾਲਿਕ, ਲੋਕ ਪਰਲੋਕ ਦੇ ਸਹਾਇਕ, ਗੁਰਤਾ ਗੱਦੀ ਦੇ ਪਾਵਨ ਪਵਿੱਤਰ ਤਖਤ ਉੱਪਰ ਸੁਭਾਇਮਾਨ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਇਮਾਨ ਸਾਹਿਬਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰਮਰਿਆਦਾ ਅਨੁਸਾਰ ਆਪਾਂ ਸਾਂਝ ਪਾਈਏ। ਸਾਰੇ ਹੀ ਪਿਆਰ ਨਾਲ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰਗੁਣ ਸਰੂਪ ਦੂਸਰੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਤਿੰਨਾਂ ਦੇ ਜੋਤੀ ਜੋਤ ਪੁਰਬ ਅਤੇ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਪੁਰਬ ਦੇ ਸੰਬੰਧ ਦੇ ਵਿੱਚ ਸਾਲਾਨਾ ਜੋੜ ਮੇਲੇ ਦੇ ਰੂਪ ਵਿੱਚ ਇਕੱਤਰ ਹੋਏ ਸਾਧ ਸੰਗਤ ਜੀ। ਉਸ ਧਰਤੀ ਦੇ ਉੱਤੇ ਰਹਿਣ ਦਾ, ਦਰਸ਼ਨ ਕਰਨ ਦਾ ਆਪਾਂ ਨੂੰ ਮਾਣ ਮਿਲਿਆ ਹੈ, ਜਿਸ ਪਾਵਨ ਅਸਥਾਨ ਦੀ ਚਰਨ ਧੂੜ ਨੂੰ ਸਾਰੀ ਸ੍ਰਿਸ਼ਟੀ ਦੇ ਗੁਰਮੁਖ ਜਨ ਲੋਚਦੇ ਹਨ। ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਆਪ ਜੀ ਅੰਮ੍ਰਿਤ ਵੇਲੇ ਤੋਂ ਰਾਗੀ ਸਾਹਿਬਾਨ ਅਤੇ ਗਿਆਨੀ ਸਾਹਿਬਾਨ ਗੁਰਮੁਖ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਸਤਿਗੁਰੂ ਦੀ ਇੰਨੀ ਵੱਡੀ ਵਡਿਆਈ ਹੈ ਜਿਹੜੀ ਕਹੀ ਨਹੀਂ ਜਾ ਸਕਦੀ। ਸਾਧ ਸੰਗਤ ਜੀ, ਧੰਨ ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਸਿੱਖੀ ਕਿਵੇਂ ਕਮਾਉਣੀ ਹੈ। ਅੱਜ ਆਪਾਂ ਜ਼ਿਆਦਾਤਰ ਦੇਖਦੇ ਹਾਂ ਗੁਰਮੁਖ ਪਿਆਰੇ ਇਹ ਕਹਿੰਦੇ ਆ ਕਿ ਸਤਿਗੁਰੂ ਸਾਹਿਬ ਜੀ ਨੇ ਸੇਵਾ ਕੀਤੀ ਤਾਂ ਗੁਰਤਾ ਗੱਦੀ ਦੇ ਮਾਲਕ ਬਣ ਗਏ, ਸੇਵਾ 'ਚ ਇੰਨੀ ਵਡਿਆਈ ਹੈ। ਨਹੀਂ, ਗੁਰਮੁਖੋ ਧੁਰੋਂ ਹੀ ਗੁਰੂ ਬਣ ਕੇ ਆਏ ਸਨ। ਸੇਵਾ ਵਿੱਚ ਬਹੁਤ ਵੱਡੀ ਵਡਿਆਈ ਹੈ। ਗੁਰੂ ਦੀ ਸੇਵਾ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਪਰ ਧੰਨ ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਿਸ ਦਿਨ ਪਹਿਲੇ ਦਿਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਨੇ, ਪੁੱਛਦੇ ਨੇ ਰਸਤਾ, ਤੇ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਘੋੜੀ ਤੇ ਹੀ ਆਪ ਜੀ ਅਸਵਾਰ ਪਹੁੰਚਦੇ ਆ, ਤੇ ਪਛਤਾਵਾ ਹੁੰਦਾ ਹੈ ਕਿ ਮੈਂ ਘੋੜੀ ਤੇ ਚੜ੍ਹ ਕੇ ਆਇਆ, ਸਤਿਗੁਰੂ ਜੀ ਪੈਦਲ। ਤੇ ਸਤਿਗੁਰੂ ਜੀ ਨੇ ਕਿਹਾ ਸੀ ਉਸ ਸਮੇਂ ਸ਼ੰਕੇ ਵਿੱਚ ਦੇਖ ਕਰਕੇ, ਅੰਤਰਜਾਮੀ ਸਤਿਗੁਰੂ ਕਹਿਣ ਲੱਗੇ, ਪੁਰਖਾ ਨਾਉ ਕੀ ਹੈ? ਤਾਂ ਸਤਿਗੁਰੂ ਜੀ ਕਹਿੰਦੇ, ਮੇਰਾ ਨਾਮ ਲੈਣਾ, ਮਾਤਾ ਪਿਤਾ ਨੇ ਰੱਖਿਆ। ਮਾਰੇ ਕਹਿੰਦੇ ਲੈਣ ਵਾਲੇ ਫਿਰ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਹੁੰਦੇ ਆ, ਸ਼ੰਕਾ ਨਹੀਂ ਕਰੀਦੀ। ਤੁਸੀਂ ਲੈਣਾ ਹੈ ਤੇ ਅਸੀਂ ਦੇਣਾ ਹੈ। ਸਾਧ ਸੰਗਤ ਜੀ, ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਤਰ੍ਹਾਂ ਸਿਖਾਇਆ ਹੈ, ਜਿਵੇਂ ਇੱਕ ਟੀਚਰ ਬਹੁਤ ਡਿਗਰੀਆਂ ਲੈ ਕੇ, ਕੋਰਸ ਕਰਕੇ, ਇਮਤਿਹਾਨਾਂ ਨੂੰ ਟੀਚਰ ਬਣਦਾ ਜਦੋਂ, ਉਦੋਂ ਵੀ ਇੱਕ ਕੋਰਸ ਪਾਸ ਕਰਦਾ ਹੈ। ਉਸ ਟੈਸਟ ਵਿੱਚੋਂ ਲੰਘ ਕੇ ਫਿਰ ਉਹਦੀਆਂ ਕਲਾਸਾਂ ਲੱਗਦੀਆਂ ਕਿ ਬੱਚਿਆਂ ਨੂੰ ਪੜ੍ਹਾਉਣਾ ਕਿਵੇਂ। ਉਹ ਫਿਰ ਸਕੂਲ ਵਿੱਚ ਆ ਕੇ ਊੜਾ ਐੜਾ ਸਿਖਾਉਂਦਾ ਹੈ। ਕੀ ਉਹਨੂੰ ਪਹਿਲਾਂ ਕੁਛ ਨਹੀਂ ਸੀ ਆਉਂਦਾ? ਸਕੂਲ 'ਚ ਸਿਖਾਉਣ ਤੋਂ ਪਹਿਲਾਂ, ਬੋਲਣ ਤੋਂ ਪਹਿਲਾਂ ਉਹਦੇ ਕੋਲ ਸਾਰੀਆਂ ਹੀ ਡਿਗਰੀਆਂ, ਸਾਰੀਆਂ ਪੜ੍ਹਾਈਆਂ ਉਹਨੇ ਕਰ ਲਈਆਂ। ਉਹ ਇਸ ਵਾਸਤੇ ਬੋਰਡ ਤੇ ਲਿਖਦਾ ਹੈ ਤੇ ਬੋਲਦਾ ਹੈ ਤਾਂ ਕਿ ਬੱਚਿਆਂ ਨੂੰ ਆ ਜਾਵੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਗੁਰੂ ਨਾਨਕ ਸਰੂਪ ਹੀ ਹਨ। ਪਰ ਇੱਕ ਸਿੱਖ ਕੈਸਾ ਹੋਣਾ ਚਾਹੀਦਾ ਹੈ? ਆਪਾਂ ਪੜ੍ਹਦੇ ਹਾਂ ਇਤਿਹਾਸ, ਸਾਧ ਸੰਗਤ ਜੀ, ਕਦੇ ਵੀ ਕੋਈ ਨਾ ਨਹੀਂ ਕੀਤੀ, ਭਲਾ ਜੀ ਕਹਿ ਕੇ ਬਚਨ ਮੰਨੇ ਹਨ। ਧੰਨ ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਜੇ ਕਹਿ ਦਿੱਤਾ ਰੁੱਖਾਂ ਤੋਂ ਮਠਿਆਈਆਂ ਝਾੜੋ, ਸੰਗਤ ਤ੍ਰਿਪਤ ਹੋਵੇਗੀ, ਰਜਾ ਕੇ ਲਿਆਓ, ਤਾਂ ਆਪ ਜੀ ਨੇ ਜਾ ਕੇ ਕਿੱਕਰ ਹਲਾਈ ਹੈ। ਆਪਾਂ ਨੂੰ ਪਤਾ ਹੈ ਕਿ ਕਿੱਕਰਾਂ ਤੋਂ ਉਹਨਾਂ ਦੇ ਫੁੱਲ ਡਿੱਗਦੇ ਪੀਲੇ ਜੇ। ਪਰ ਸਾਧ ਸੰਗਤ ਜੀ, ਜਦੋਂ ਕਿੱਕਰ ਹਲਾਈ ਨਾ ਸਤਿਗੁਰਾਂ ਦਾ ਬਚਨ ਮੰਨ ਕੇ,
ਤਾਂ उस समय ਜਿਹੜੇ ਫੁੱਲ ਹੈ ਬੂੰਦੀ ਬਣ ਬਣ ਕੇ ਡਿੱਗ ਰਹੇ ਨੇ। ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਸੰਗਤ ਤ੍ਰਿਪਤ ਹੋ ਕੇ ਆਈ ਹੈ, ਹੁਕਮ ਮੰਨਿਆ ਹੈ, ਹਰ ਹੁਕਮ ਮੰਨਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਦੇ ਮਾਲਕ ਬਣੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਜਿਸ ਸਮੇਂ ਪਰਖ ਹੋਈ ਸੀ ਉਸ ਸਮੇਂ ਡੰਡੇ ਵੀ ਮਾਰੇ ਸਤਿਗੁਰਾਂ ਨੇ। ਪਹਿਲਾਂ ਮਾਇਆ, ਪੈਸੇ, ਰੁਪਈਏ, ਸੋਨਾ, ਚਾਂਦੀ, ਹੀਰੇ ਜਵਾਹਰਾਤ ਸੰਗਤਾਂ ਚੁੱਕ ਚੁੱਕ ਕੇ ਮੁੜਦੀਆਂ ਗਈਆਂ। ਪਰ ਜਦੋਂ ਡੰਡੇ ਮਾਰੇ ਉਦੋਂ ਆਪਾਂ ਨਾਲ ਸੀ, ਪਰ ਜਦੋਂ ਮੁਰਦਾ ਖਾਣ ਦੀ ਵਾਰੀ ਆਈ ਆਪ ਜੀ ਤੋਂ ਬਗੈਰ ਕੋਈ ਕਾਇਮ ਨਹੀਂ ਰਹਿ ਸਕਿਆ। ਮੈਂ ਵੀ ਲੁਕ ਗਿਆ, ਮਹਾਰਾਜ ਤੁਸੀਂ ਕਿਉਂ ਨਹੀਂ ਗਏ? ਤਾਂ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਬੁੱਢਿਆ, ਜਿਨ੍ਹਾਂ ਜਿਨ੍ਹਾਂ ਦਾ ਕੋਈ ਥਾਂ ਸੀ ਉਹ ਚਲੇ ਗਏ। ਮੇਰਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਗੈਰ ਕੋਈ ਹੈ ਹੀ ਨਹੀਂ ਸੀ। ਮੈਂ ਕਿੱਥੇ ਜਾਣਾ? ਤੁਹਾਨੂੰ ਤਾਂ ਰੁੱਖ ਦਾ ਓਲਾ ਮਿਲ ਗਿਆ, ਮੈਂ ਕਿਹਦਾ ਓਲਾ ਲੈਣਾ? ਓਲੇ ਦਾ ਅਰਥ ਵੀ ਆਸਰਾ ਹੁੰਦਾ ਹੈ ਸਾਧ ਸੰਗਤ ਜੀ। ਇਤਿਹਾਸ ਜਦੋਂ ਆਪਾਂ ਪੜ੍ਹਦੇ ਆ ਨਾ, ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਡੰਡੇ ਮਾਰੇ ਉਸ ਸਮੇਂ 5 ਗੁਰਸਿੱਖ ਹੀ ਰਹਿ ਗਏ ਸਨ। ਇੱਕ ਭਾਈ ਲਹਿਣਾ ਜੀ ਦੇ ਰੂਪ ਵਿੱਚ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਭਾਈ ਅਜਿੱਤਾ ਜੀ। ਪਰ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁੱਛਿਆ ਨਾ ਤੁਸੀਂ ਕਿਉਂ ਨਹੀਂ ਜਾਂਦੇ, ਕਹਿੰਦੇ ਮਹਾਰਾਜ ਆਪ ਜੀ ਦੇ ਸਿੱਖ ਹਾਂ। ਤੇ ਮਹਾਰਾਜ ਕਹਿੰਦੇ ਫਿਰ ਆਪ ਮੁਰਦਾ ਖਾਓ। ਤੇ ਬਾਬਾ ਬੁੱਢਾ ਜੀ ਸਮੇਤ ਉਹ ਗੁਰਸਿੱਖ ਕੋਲ ਝਾੜੀਆਂ ਸਨ, ਰੁੱਖ ਸਨ, ਉਹਨਾਂ ਦੇ ਓਲੇ ਲੁਕ ਗਏ। ਪਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨਹੀਂ ਗਏ। ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਬੁੱਢਿਆ, ਕਿਸੇ ਦਾ ਕੋਈ ਨਾ ਕੋਈ ਟਿਕਾਣਾ ਸੀ, ਇਸ ਵਾਸਤੇ ਮੁੜ ਗਏ, ਉਹ ਚਲੇ ਗਏ। ਮੇਰਾ ਤੇ ਥਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਗੈਰ ਕੋਈ ਹੈ ਹੀ ਨਹੀਂ ਸੀ, ਮੈਂ ਕਿੱਥੇ ਜਾਂਦਾ? ਆਪ ਜੀ ਨੇ ਉਸ ਸਮੇਂ ਪਾਵਨ ਪਵਿੱਤਰ ਸਾਧ ਸੰਗਤ ਜੀ ਬਚਨ ਉਚਾਰੇ ਨੇ, ਜੋ ਆਪਾਂ ਸ੍ਰੀ ਮੁਖ ਵਾਕ ਰੂਪ ਦੇ ਵਿੱਚ ਬੇਅੰਤ ਵਾਰ ਸਰਵਣ ਕਰਦੇ ਹਾਂ। ਸ਼ਲੋਕ ਮਹੱਲਾ ਦੂਜਾ, ਕਿਸੀ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾ ਲਗ ਚਿਤ ਨਾ ਆਵੇ। ਮਹੱਲਾ ਦੂਜਾ, ਜਾਂ ਸੁਖ ਤਾਂ ਸਹੁਰਾਵਿਓ, ਦੁੱਖ ਵੀ ਸੰਭਾਲਿਓ ਏ, ਨਾਨਕ ਕਹੈ ਸਿਆਣੀਏ, ਇਉ ਕੰਤ ਮਿਲਾਵਾ ਹੋਏ। ਬਚਨ ਦੱਸਿਆ ਆਪ ਜੀ ਨੇ, ਸੰਪੂਰਨ ਕੀਤੇ ਬਚਨ ਸਾਰੇ, ਕਿ ਸਾਡਾ ਟਿਕਾਣਾ ਹੋਰ ਕੋਈ ਨਹੀਂ, ਕਿਸੇ ਹੀ ਕੋਈ ਕੋਏ, ਕਿਸੇ ਕੋਲ ਕੋਈ ਆਸਰਾ, ਕਿਸੇ ਕੋਲ ਕੋਈ ਆਸਰਾ, ਮੇਰੇ ਕੋਲ ਤਾਂ ਕੋਈ ਹੋਰ ਆਸਰਾ ਨਹੀਂ। ਗੁਰਮੁਖ ਪਿਆਰੇ ਇਸ ਪਾਵਨ ਬਚਨ ਬਾਰੇ ਇਸ ਤਰ੍ਹਾਂ ਵੀ ਦੱਸਦੇ ਨੇ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁੱਛਿਆ ਕਿ ਤੁਸੀਂ ਨਹੀਂ ਗਏ, ਤੇ ਉਦੋਂ ਬੇਨਤੀ ਰੂਪ 'ਚ ਬਚਨ ਕਹੇ ਸੀ, ਮਹਾਰਾਜ ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ, ਉਹ ਚਲੇ ਗਏ, ਮੇਰਾ ਤਾਂ ਆਪ ਜੀ ਤੋਂ ਬਗੈਰ ਕੋਈ ਨਹੀਂ ਹੈ। ਐਸੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਨੂੰ ਸਾਧ ਸੰਗਤ ਜੀ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਓਟ ਆਸਰਾ ਲੈਣ ਦਾ ਢੰਗ ਦੱਸਿਆ। ਆਪ ਉਹੋ ਹੀ ਸਰੂਪ ਨੇ, ਕੋਈ ਫਰਕ ਨਹੀਂ ਹੈ, ਰੰਚਕ ਮਾਤਰ ਫਰਕ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੁਦ ਆਪ ਬਚਨ ਕਹਿੰਦੇ ਨੇ, ਜੋ ਤੋਹਾ ਜੁਗਤ ਸਾਏ, ਸਹ ਕਾਇਆ ਫੇਰ ਪਲਟੀ। ਜੋਤ ਵੀ ਉਹੋ ਹੀ ਹੈ, ਜੁਗਤੀ ਵੀ ਉਹੋ ਹੀ ਹੈ, ਕੇਵਲ ਸਰੀਰ ਬਦਲੇ ਨੇ, ਉਹੋ ਹੀ ਸਰੂਪ ਨੇ। ਮੈਂ ਤਾਂ ਹੀ ਬਚਨ ਕਿਹਾ ਸੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੌਣ ਨੇ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਗੁਰਬਾਣੀ ਸਰੂਪ ਨੇ, ਜੋਤ ਸਰੂਪ ਨੇ। ਇਹਨਾਂ ਦੇ ਸਰੂਪ ਸਰੀਰ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਜੇ ਕਿਸੇ ਨੇ ਸਵਾਲ ਕੀਤਾ, ਮਹਾਰਾਜ ਵੇਦ ਪੁਰਾਣ ਸ਼ਾਸਤਰ ਹੁੰਦਿਆਂ ਹੋਇਆਂ ਬਾਣੀ ਦੀ ਕੀ ਲੋੜ? ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਕ ਅਵਤਾਰ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਵੇਦ ਸ਼ਾਸਤਰ ਸਿਮਰਤੀਆਂ ਵਿੱਚ ਹੈ ਕਰਮ ਪ੍ਰਧਾਨ।
आ कर्म करोगे उहदा पुण्य की मिलेगा, जे आ माड़ा कर्म करोगे उहदा माड़ा फल की मिलेगा। पर इन्हां तो बचिया किवें जा सकदा है? धन गुरु ग्रंथ साहिब जी महाराज कहिंदे, वो कहिंदे ने अवश्यमेव भुगतव्यम कृतम शुभाशुभं। छाक शास्त्र ये गल कहिंदा है कि जरूर भोगने पैणगे जो माड़े चंगे कर्म कीते है। पर धन गुरु ग्रंथ साहिब जी महाराज कहिंदे नहीं, गुरु कट्टण लई समर्थ है। जे मैं किसी नूं 10,000 15 20 25 30 50,000 इस तरह जे पैसे देना ब्याजी धारे, कापी तो मैं खुद ही लिख रहा ना। हुण मैनू किसी ने आके तरला लिया कि भाई साहब तुहाडे कोल जायदाद बहुत है, मेरे कोलों कर्जा नहीं जे लथना, मैनू माफ़ कर दिओ। मैनू तरस आया, मैं कापी चुकी लकीरां मार दित्तियां। कर्जा इन्हें लिया है मेरे कोलों, लिखण वाला भी मैं ही हाँ, ते उहदे उत्ते कांटा मारिया है कि इहदे कोल हुण नहीं लैणा, ते वो भी मैं ही हाँ। साध संगत जी, लेख लिखण वाला भी वाहिगुरू है, भगताउण वाला भी वाहिगुरू है, ते उन्हां नूं कट्टण वाला भी वाहिगुरू है। ये सतगुरु गुरु नानक देव जी महाराज तो साहिब गुरु ग्रंथ साहिब जी महाराज तक ये सानू सिक्ख्या दिंदे है। दूसरे धर्म कहते नहीं जरूर भोगना पाएगा, पर सतगुरु कहते हैं सतगुर के जन्मे गमन मिटाया, निमरता धारण करनी पएगी। जिवें धन साहिब गुरु अंगद देव जी महाराज ने सानू सिक्ख्या बख्शी। साहिब गुरु अमरदास जी महाराज गुरता गद्दी दे मालक बने हैं, उन्हां दा बचन आप जी नूं सुना के समाप्ति करां जी। साध संगत जी, धन साहिब गुरु अमरदास जी महाराज जी ने निमरता विच रह के सेवा करन दी जाच दसी। इस गुरु घर दे विच कोई रिश्तेदारी नहीं, इस गुरु घरों कुछ लेना है निमाणे बन के आना पवेगा। इत्थे माया धन दौलत दा सारा हंकार छड्डना पवेगा, इत्थे निमरता नाल सेवा करनी है। जिहड़ा सेवा करेगा उन्होंने बख्शा मिलणगियां। गुरु साहब जी की खुशी चाहिए है। बाबा बुढ़ा साहब जी वर्गे, भाई जोध जी वर्गे, भाई पारो जी वर्गे, भाई जीवा जी वर्गे, भाई मल्लू शाही जी, भाई धिंगा जी, भाई केदारा जी, किन्ने क गुरमुखां दा नाम लवां। भाई गुज्जर जी गुरमुख धन गुरु अमरदास सच्चे पातशाह जी की महिमा करते होणगे कि धन ने ऐसी बिरध अवस्था दे विच भी सेवा करते। पर जे इतिहास नूं चुकीए, इहो जे भी हन जिहड़े कहिंदे आ घरों निकलिया टुकड़ां दे मारे कुड़मां दे दर दे उत्ते न्याणे तो भी डरदा भज्जा सेवा करदा फिरदा, निथावां तक कह दिता। उन्हां दे बचनां दा गुस्सा नहीं, प्यार नहीं किया सी। अपने जिवें धी छोटी नूं कह दईए कमलिए इस तरह नहीं करीदा, क्योंकि वाक सिद्धि सब कुछ प्राप्त हो चुका सी, उन्हां दे स्वरूप बन गए सन। इस वास्ते वो बचन पूरा हो गया। नहीं तो क्या तो जिमें आम बच्ची नूं कहीदा है कमलिए ने थावां ते मैं उदण सी जिदण गंगा दे तट ते जां होर ना थावां ते पूरा गुरु लभदा फिरदा सी। हुण तां मेरे थाओं धन साहिब गुरु अंगद देव जी महाराज, हुण मैं निथावां कोई थोड़ी है। ते उन्हें किन्ने कौड़े बोल बोले सन। गुरमुखो संगत विच लैणा ते उस्तत ते निंदा दो त्यागा है। उस्तति ते निंदा दोवें ही मार्ग दियां ये रुकावटां हन। धन साहिब गुरु अमरदास सच्चे पातशाह जी उन्हां दे पावन गुरता गद्दी पुरब दियां जिहड़ा 2 अप्रैल नूं लंघ के गया है। नवां साल जिहड़ा चंद्रमा दे अनुसार शुरू हुंदा है, एक चेत चंद्रमा दे अनुसार, जिन्हों चेतवदी एकम कह सुधी एकम कहा जाता, चेत सुधी एकम, उस दिन गुरता गद्दी बख्शिश करके आप जी ने अज दे दिन ज्योति जोत समाए सन। धन साहिब गुरु अमरदास सच्चे पातशाह जी गई बहोड़ बंदी छोड़, निमाणियां दे मान, निताणियां दे ताण, न्योटियां दी ओट, निआसरियां दे आसरे, निगत्यां दी गत, निपत्तियां दी पत। ऐसे सतगुरु साहिब गुरु अमरदास सच्चे पातशाह जी कृपा करन, अपने सारियां दे सिर ते मेहर भरिया हथ रख के सिक्खी कमाउण दा बल बख्शण। दास पासों साहिबां दी महिमा वडियाई कहंदियां होइयां बेअंत बेअंत भुल्लां होईयां होईयां भुल्लां दी मुआफ़ी बख्शणी। समूह गुरमुख जन समूह संगत धन साहिब गुरु ग्रंथ साहिब सच्चे पातशाह जी का रोम रोम करके धन्नवाद। होईयां भुल्लां दी मुआफ़ी बख्शदे होए प्यार नाल गज के बुलाओ जी। वाहिगुरू जी का खालसा, वाहिगुरू जी की फतेह।